दावा कर रहे हैं कि ये लुट हो रही है लोगों की, लोगों को मूर्ख बनाया जा रहा है। बहुत सारे लोगों को पता ही नहीं सी कि दवाइयाँ जैनरिक एथिकल इन्हां चीज़ों का खुलासा भी जिहड़ा जिंदू जी वालों किया गया सी। बहुत सारे लोगों को उस तो बाद पता लग्या कि जैनरिक दवाइयाँ का की मतलब हुंदा है, एथिकल किहड़ियां हुंदियां ने। तुहाडा इस ते की कहना है, लोग पहला अवेयर क्यों नहीं सी? लोगों ਨੂੰ इस गल की नॉलेज ही नहीं, हुण भी बहुत लोगों ਨੂੰ नॉलेज ही नहीं है कि एथिकल और जैनरिक है की है। ਤੁਹਾਡੇ ਸਿਰ ਤੇ ਹੁਣ ਇੱਕ ਤਰ੍ਹਾਂ ਦਾ ਇਲਜ਼ਾਮ ਲੱਗ ਚੁੱਕਾ ਹੈ ਕਿ ਤੁਸੀਂ ਪੈਸੇ ਖਾਂਦੇ ਹੋ ਜਾਂ ਪੈਸੇ ਬਚਾਉਂਦੇ ਹੋ, ਲੋਕਾਂ ਦੀ ਜਿਹੜੀ ਆਰਥਿਕ ਲੁੱਟ ਕੀਤੀ ਜਾਂਦੀ ਹੈ। ਇਲਜ਼ਾਮ ਤਾਂ ਹੁਣ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ, ਆਮ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਚੁੱਕੀ ਹੈ ਕਿ ਤੁਸੀਂ ਲੁੱਟਦੇ ਹੋ ਬਸ। ਕਈਆਂ ਨੂੰ ਆਪਣੇ ਖਰਚੇ ਵੀ ਕੱਢਣੇ ਆ। ਜਦੋਂ ਡਾਇਰੈਕਟ ਸਟੋਰ ਕੋਈ ਵੀ ਹੈ, ਜਨਰਲ ਹੈ ਜਾਂ ਜਨ ਔਸ਼ਧੀ ਆ, ਉਹਨਾਂ ਦਾ ਲਾਇਸੈਂਸ ਦਿੱਤਾ ਜਾਂਦਾ ਤਾਂ ਉਹਨਾਂ ਦੀਆਂ ਬਹੁਤ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਜਿਵੇਂ ਕਿ ਏਸੀ, ਰੈਫਰੀਜਰੇਟਰ, ਠੀਕ ਹੈ ਜੀ, और बहुत चीज़ा बैटरी, इन्वर्टर, बाकी प्रॉपर फिटिंग, प्रॉपर एरिया सब कुछ देखा जाता है। तुसी एसी लगवाना है, तुसी रेफ्रिजरेटर रखना है, इन्वर्टर रखना है, आम लोगों को दवाई चाहिए, दवाई रेट टू रेट। साडे कोल तां डिस्काउंट लग के आया होया और सानू सिर्फ 10-20% ही मार्जिन हुंदा है। कई फ्री ऑफ कॉस्ट भी काम कर रहे हैं और ओवर गल ਉਹੀ आ जाती है ना, कई कर रहे हैं। तुसी कह रहे हो डॉक्टर्स रब दा रूप ने, ਅਸੀਂ ਮੰਨਦੇ ਹਾਂ ਕਿ ਸੇਵਾ ਕਰ ਰਹੇ ਨੇ, ਪਰ ਡਾਕਟਰਸ ਨੂੰ ਪੇ ਵੀ ਕੀਤਾ ਜਾਂਦਾ ਹੈ। ਡਾਕਟਰਸ ਤੋਂ ਫ੍ਰੀ ਕੰਮ ਨਹੀਂ ਕਰਵਾਇਆ ਜਾ ਰਿਹਾ, ਸੇਵਾ ਕੋਈ ਕਰ ਰਿਹਾ। ਉਹ ਸਾਡੇ ਨਾਲ ਬਹਿਸ ਵੀ ਕਰਦੇ ਆ ਕਿ ਕਹਿੰਦੇ ਜੀ ਇਹ ਦਵਾਈਆਂ ਨਕਲੀ ਨੇ, ਤੁਹਾਡੀਆਂ ਅਸਲੀ ਨਹੀਂ ਹੈਗੀਆਂ। ਜਿਸ ਤਰ੍ਹਾਂ ਬਾਹਰ ਜਿਹੜੀ ਦਵਾਈ ਜਿਹੜਾ ਸੈਸ਼ੇ 112 ਰੁਪਏ ਦਾ ਮਿਲ ਰਿਹਾ ਹੈ, ਜੇ ਤੁਸੀਂ ਉਹ ਦਵਾਈ 20 ਰੁਪਏ ਦੇ ਵਿੱਚ ਦੇ ਵੀ ਰਹੇ ਹੋ ਤਾਂ ਨੈਚੁਰਲ ਜੀ ਗੱਲ ਹੈ ਕਿ ਆਮ ਬੰਦੇ ਨੂੰ ਇਹੀ ਲੱਗੇਗਾ ਸ਼ਾਇਦ ਇਹ ਨਕਲੀ ਹੈ, ਸ਼ਾਇਦ ਸਾਲਟ ਉਹ ਨਹੀਂ ਹੈ, ਜਾਂ ਸ਼ਾਇਦ ਗੁੰਮਰਾਹ ਕੀਤਾ ਜਾ ਰਿਹਾ ਹੈ। ਬਿਲਕੁਲ ਜੀ ਬਿਲਕੁਲ, ਇਹੀ ਤਾਂ ਸਰਕਾਰ ਨੂੰ ਮਤਲਬ ਇਹ ਜਾਗਰੂਕ ਕਰਨਾ ਚਾਹੀਦਾ ਹੈ। पर्ची ते दवाई लिख के दे दी जाती है, ਉਹਦੇ ਵਿੱਚ ਡਾਕਟਰ ਦੀ ਆਪਣੀ ਇੱਕ ਕਮਿਸ਼ਨ ਹੁੰਦੀ ਹੈ। ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਜੇ ਮੈਂ ਗੱਲ ਕਰਾਂ ਨਾ ਤੇ ਆਮ ਲੋਕ ਕਹਿੰਦੇ ਨੇ ਡਾਕਟਰ ਲਿਖਦੇ ਨੇ ਮੈਂ ਲੁੱਟ ਲਿਆ, ਹੁਣ ਤੂੰ ਵੀ ਲੁੱਟ ਲੈ। ਤੁਸੀਂ ਕਹਿ ਰਹੇ ਹੋ ਕਿ ਡਾਕਟਰਸ ਵੀ ਕਈ ਵਾਰ ਦਵਾਈ ਮੋੜ ਦਿੰਦੇ ਨੇ ਇਹ ਕਹਿ ਕੇ ਕਿ ਇਹ ਦਵਾਈ ਨਕਲੀ ਹੈ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਉਹ ਪੜ੍ਹਿਆ ਲਿਖਿਆ ਡਾਕਟਰ ਵੀ ਅਵੇਅਰ ਨਹੀਂ ਹੈਗਾ? ਨਹੀਂ ਜੀ, ਉਹ ਬਹੁਤ ਜ਼ਿਆਦਾ ਡਿਗਰੀ ਹੋਲਡਰ ਡਾਕਟਰ ਨਹੀਂ ਹੁੰਦੇ, ਕਈ RMPs ਹੁੰਦੇ ਆ, ਮੈਕਸਿਮਮ ਉਹੀ ਇਸ ਤਰ੍ਹਾਂ ਕਰਦੇ ਆ ਕਿਉਂਕਿ ਉਹਨਾਂ ਨੇ ਆਪਣੀਆਂ ਦਵਾਈਆਂ 'ਚੋਂ ਕਮਿਸ਼ਨ ਖਾਣੀ ਹੁੰਦੀ ਆ। एक चंगी सोच के नाल मोदी खाने की शुरुआत हुई सी। अज मोदी खाने के खिलाफ बोलने वाले भी बहुत सारे लोग ने, कि उन्होंने खिलाफ बोलने वाले लोगों में तुसी भी एक हो। ठीक है, जैनरिक दवाइयाँ जड़ियाँ दूसरियां कंपनियां ने, प्राइवेट कंपनियां, सानू नहीं पता वो जैनरिक है नहीं है, ठीक है, वो सरकार नू कंट्रोल करना पएगा, ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਜੇ ਸਰਕਾਰ ਕੰਟਰੋਲ ਕਰ ਸਕਦੀ ਤਾਂ ਹੁਣ ਤੱਕ ਹੋ ਜਾਣਾ ਸੀ, ਹੁਣ ਤੱਕ ਨਹੀਂ ਹੋਇਆ ਤਾਂ ਹੀ ਆਵਾਜ਼ ਚੁੱਕਣੀ ਪਈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਸੁਮਨ ਜੇਟਲੀ। ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਸਮਾਂ ਪਹਿਲਾਂ ਮੋਦੀ ਖਾਨਾ ਖੁੱਲ੍ਹਦਾ ਹੈ ਤੇ ਵਾਅਦਾ ਕੀਤਾ ਜਾਂਦਾ ਹੈ ਕਿ ਉਸ ਮੋਦੀ ਖਾਨੇ ਰਾਹੀਂ ਆਮ ਲੋਕ ਜਾਂ ਕਹਿ ਲਓ ਮਰੀਜ਼ਾਂ ਨੂੰ ਦਵਾਈਆਂ ਜਿਹੜੀਆਂ ਨੇ MRP ਤੋਂ ਵੀ ਘੱਟ ਰੇਟ ਤੇ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ, ਜਾਂ ਘੱਟ ਤੋਂ ਘੱਟ ਰੇਟ ਤੇ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਜੇਕਰ ਕੋਈ ਲੋੜਵੰਦ ਹੈ, ਜੇ ਪੈਸੇ ਨਹੀਂ ਵੀ ਦੇ ਸਕਦਾ, ਤਾਂ ਦਵਾਈਆਂ ਮੁਫਤ ਦੇ ਵਿੱਚ ਵੀ ਦਿੱਤੀਆਂ ਜਾਣਗੀਆਂ। ਇੱਕ ਤਰ੍ਹਾਂ ਦੀ ਸੇਵਾ ਦੀ ਗੱਲ ਜਿਹੜੀ ਹੈ, ਸੇਵਾ ਦੀ ਸ਼ੁਰੂਆਤ ਹੁੰਦੀ ਹੈ ਮੋਦੀ ਖਾਨੇ ਦੇ ਨਾਲ, ਪਰ ਉਸਦੇ ਕੁਝ ਸਮਾਂ ਬਾਅਦ ਹੀ ਇੱਕ ਮੁਹਿੰਮ ਛਿੜ ਜਾਂਦੀ ਹੈ ਦਵਾਈਆਂ ਦੇ ਰੇਟ ਨੂੰ ਲੈ ਕੇ। ਜਿਹੜਾ ਇੱਕ ਵੱਡਾ ਮਾਰਜਨ ਹੈ ਜਾਂ ਜਿਹੜੀ ਆਮ ਲੋਕਾਂ ਦੀ ਲੁੱਟ ਹੁੰਦੀ ਹੈ ਮੈਡੀਕਲ ਸਟੋਰਸ ਦੇ ਰਾਹੀਂ, ਜਾਂ ਡਾਕਟਰਸ ਦਾ ਤੇ ਮੈਡੀਕਲ ਸਟੋਰਸ ਵਾਲਿਆਂ ਦਾ ਜਿਹੜਾ ਰਿਸ਼ਤਾ ਹੁੰਦਾ ਹੈ, ਜਿਹੜੀਆਂ ਵਿਚਲੀਆਂ ਗੱਲਾਂ ਹੁੰਦੀਆਂ ਨੇ ਉਹ ਪਰਦੇ ਫਾਸ਼ ਕੀਤੇ ਗਏ, ਗੋਰਖ ਧੰਦੇ ਦੀ ਗੱਲ ਕੀਤੀ ਗਈ। ਪਰ ਅੱਜ ਅਸੀਂ ਇੱਕ ਥਾਂ ਤੇ ਮੌਜੂਦ ਹਾਂ, ਮੇਰੇ ਪਿੱਛੇ ਤੁਸੀਂ ਦਵਾਈਆਂ ਇੱਥੇ ਵੀ ਦੇਖ ਸਕਦੇ ਹੋ। ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ, ਜਿੱਥੇ ਦਾਅਵਾ ਕੀਤਾ ਜਾਂਦਾ ਕਿ ਦਵਾਈਆਂ 50% ਜਾਂ ਉਸ ਤੋਂ ਵੀ ਘੱਟ ਰੇਟ ਤੇ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਇੱਕ ਇਲਜ਼ਾਮ ਜਿਹੜਾ ਜਿੰਦੂ ਜੀ ਵੱਲੋਂ ਲਗਾਇਆ ਜਾ ਰਿਹਾ ਸੀ ਕਿ ਕਿਸੇ ਵੀ ਮੈਡੀਕਲ ਸਟੋਰ ਤੇ ਰੇਟ ਲਿਸਟ ਕਿਉਂ ਨਹੀਂ ਲੱਗੀ ਹੁੰਦੀ, ਤਾਂ ਉਹ ਰੇਟ ਲਿਸਟ ਵੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ। ਇੱਥੇ ਰੇਟ ਲਿਸਟ ਲੱਗੀ ਹੋਈ ਹੈ ਜਿੱਥੇ MRP ਮੈਂਸ਼ਨ ਕੀਤੀ ਹੋਈ ਹੈ, ਸਾਲਟ ਮੈਂਸ਼ਨ ਕੀਤਾ ਹੋਇਆ ਹੈ। ਕਿਉਂਕਿ ਇੱਕ ਇਲਜ਼ਾਮ ਇਹਨਾਂ ਦੇ ਸਿਰ ਤੇ ਲੱਗ ਗਿਆ ਸੀ ਕਿ ਇਹ ਜਿਹੜੇ ਮੈਡੀਕਲ ਸਟੋਰਸ ਤੇ ਦਵਾਈਆਂ ਮਿਲ ਰਹੀਆਂ ਨੇ, ਜਾਂ ਇੱਕ ਓਮਨੀ ਜੈਲ ਦੀ ਉਦਾਹਰਣ ਦੇ ਕੇ ਓਮਨੀ ਜੈਲ ਦੀ MRP ਤੇ ਉਹਦਾ ਐਕਚੁਅਲ ਪ੍ਰਾਈਸ ਦੱਸ ਕੇ ਇੱਕ ਤਰ੍ਹਾਂ ਦਾ ਕਹਿ ਲਓ ਕਿ ਜਿਹੜੀ ਇਹ ਕਾਲਾ ਬਾਜ਼ਾਰੀ ਹੋ ਰਹੀ ਸੀ ਉਸ ਨੂੰ ਲੈ ਕੇ ਆਵਾਜ਼ ਚੁੱਕੀ ਗਈ ਸੀ। ਤੁਹਾਡਾ ਉਸ ਤੇ ਕੀ ਕਹਿਣਾ ਹੈ? ਉਹ ਦਾਅਵਾ ਕਰ ਰਹੇ ਨੇ ਕਿ ਇਹ ਲੁੱਟ ਹੋ ਰਹੀ ਹੈ ਲੋਕਾਂ ਦੀ, ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਇਹ ਬਹੁਤ ਗਲਤ ਹੈ। ਕਈ ਲੋਕ
ਲੁੱਟਦੇ ਵੀ ਹੋ ਸਕਦੇ ਆ, ਬਟ ਸਾਨੂੰ ਤਾਂ ਆਪਣੀ ਜਨ ਔਸ਼ਧੀ ਬਾਰੇ ਪਤਾ ਹੈ। ਜਿਹੜੀ ਓਮਨੀਜੈਲ ਦੀ ਉਹਨਾਂ ਨੇ ਗੱਲ ਕੀਤੀ ਸੀ, ਉਹ ਸਾਡੇ ਕੋਲ ਸੇਮ ਸਾਲਟ ਵਿੱਚ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ, ਉਹਨਾਂ ਦੀ ਸਪਲਾਈ ਆਈ ਹੈ, ਸੈਂਟਰ ਗੌਰਮੈਂਟ ਤੋਂ ਆਉਂਦੀ ਆ। ਔਰ ਇਹ ਸੇਮ ਸਾਲਟ ਸਾਡਾ MRP ਹੀ 20 ਹੈ, ਔਰ MRP ਸਾਡਾ ਕੱਟ ਕੇ ਲੱਗਿਆ ਹੋਇਆ ਹੈ ਡਿਸਕਾਊਂਟ ਕਰਕੇ। ਨਾ ਹੀ ਇਹਦੇ ਵਿੱਚ ਅਸੀਂ 1 ਰੁਪਇਆ ਘਟਾ ਸਕਦੇ ਹਾਂ, ਨਾ ਵਧਾ ਸਕਦੇ ਹਾਂ, ਕਿਉਂਕਿ ਸਾਨੂੰ ਮਾਰਜਿਨ ਹੀ ਉਨਾ ਕੁ ਦਿੱਤਾ ਜਾਂਦਾ ਹੈ ਕਿ ਇਹਦੇ ਵਿੱਚੋਂ ਅਸੀਂ ਕੁਝ ਘਟਾ ਨਹੀਂ ਸਕਦੇ। ਠੀਕ ਹੈ ਜੀ। ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੈਡੀਸਿਨ ਹੈ ਜਿਨ੍ਹਾਂ 'ਤੇ 80%, 90%, ਕਈਆਂ 'ਤੇ ਔਰ ਕਈਆਂ 'ਤੇ 50, 60, 40% ਤੱਕ ਲੱਗਿਆ ਹੁੰਦਾ ਮਾਰਜਿਨ। ਠੀਕ ਹੈ ਜੀ। ਔਰ ਮੋਦੀ ਖਾਨਾ ਤਾਂ ਉਹਨਾਂ ਨੇ ਅੱਜ ਖੋਲ੍ਹਿਆ, ਬਟ ਪ੍ਰਧਾਨ ਮੰਤਰੀ ਜੀ ਨੇ ਬਹੁਤ ਸਾਲਾਂ ਤੋਂ ਇਹ ਮੋਦੀ ਦੇ ਸਟੋਰ ਚਲਾਏ ਹੋਏ ਨੇ, ਜਿਨ੍ਹਾਂ 'ਤੇ ਬਹੁਤ ਲੋਕ ਫਾਇਦਾ ਵੀ ਉਠਾ ਰਹੇ ਆ, ਪਰ ਬਹੁਤ ਲੋਕ ਅਵੇਅਰ ਨਹੀਂ ਹੈਗੇ। ਉਹਨਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਾਗਰੂਕਤਾ ਮੁਹਿੰਮ ਚਲਾ ਕੇ ਤੇ ਇਹਨਾਂ ਨੂੰ ਨੌਲੇਜ ਦਿੱਤੀ ਜਾਵੇ ਕਿ ਇਹ ਜੈਨਰਿਕ ਦਵਾਈਆਂ ਜਿਹੜੀਆਂ ਉਹ ਸਾਲਟ ਹੀ ਹੁੰਦਾ ਔਰ ਸਾਡੇ ਕੋਲ ਉਸ ਨਾਮ 'ਤੇ ਹੀ ਆਉਂਦੀਆਂ ਨੇ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਦਵਾਈਆਂ ਜੈਨਰਿਕ, ਐਥੀਕਲ, ਇਹਨਾਂ ਚੀਜ਼ਾਂ ਦਾ ਖੁਲਾਸਾ ਵੀ ਜਿਹੜਾ ਜਿੰਦੂ ਜੀ ਵੱਲੋਂ ਕੀਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਜੈਨਰਿਕ ਦਵਾਈਆਂ ਦਾ ਕੀ ਮਤਲਬ ਹੁੰਦਾ, ਐਥੀਕਲ ਕਿਹੜੀਆਂ ਹੁੰਦੀਆਂ ਨੇ। ਤੁਹਾਡਾ ਇਸ 'ਤੇ ਕੀ ਕਹਿਣਾ ਹੈ? ਲੋਕ ਪਹਿਲਾਂ ਅਵੇਅਰ ਕਿਉਂ ਨਹੀਂ ਸੀ? ਲੋਕਾਂ ਨੂੰ ਇਸ ਗੱਲ ਦੀ ਨੌਲੇਜ ਹੀ ਨਹੀਂ, ਹੁਣ ਵੀ ਬਹੁਤ ਲੋਕਾਂ ਨੂੰ ਨੌਲੇਜ ਹੀ ਨਹੀਂ ਹੈ ਕਿ ਐਥੀਕਲ ਔਰ ਜੈਨਰਿਕ ਹੈ ਕੀ ਹੈ। ਐਥੀਕਲ ਬ੍ਰਾਂਡ ਨੇਮ ਹੁੰਦਾ, ਜੈਨਰਿਕ ਸਾਲਟ ਦਾ ਨੇਮ ਹੁੰਦਾ। ਸਾਲਟ ਦਾ ਨੇਮ ਜੋ ਹੈ ਇਹ ਜਨ ਔਸ਼ਧੀ 'ਚ ਹੀ ਆਉਂਦਾ ਹੈ। ਠੀਕ ਹੈ ਜੀ। ਉਹ ਹੋਰ ਕਿਸੇ 'ਚ ਨਹੀਂ ਆਉਂਦਾ ਹੈਗਾ। ਅਤੇ ਜਿਵੇਂ ਕਿ ਐਮਲੋਂਗ ਏ ਜਾਂ ਐਮਲੋਂਗ 80 ਹੈ। ਠੀਕ ਹੈ ਜੀ। ਐਮਲੋਂਗ ਏ ਜਾਂ 80 ਦਾ ਵਿੱਚ ਐਮਲੋਡੀਪਾਈਨ ਔਰ ਐਟੀਨੋਲੋਲ ਇਹਦਾ ਸਾਲਟ ਹੁੰਦਾ। ਠੀਕ ਹੈ ਜੀ। ਇਹ ਹੀ ਮਤਲਬ ਜੈਨਰਿਕ ਦਵਾਈ ਹੈ ਔਰ ਸਾਡੇ ਕੋਲ ਇਹ 6 ਰੁਪਏ ਦੀ ਸਟ੍ਰਿਪ ਹੈ, 10 ਟੈਬਲੇਟਸ ਦੀ। ਔਰ ਜਿਹੜੀ ਬਾਹਰ 122 ਰੁਪਏ ਐਸਟੀਮੇਟ ਚੱਲਦਾ ਪਿਆ ਰੇਟ ਉਹਦਾ, 100 ਤੱਕ ਦਿੰਦੇ ਹੋਣਗੇ। ਠੀਕ ਹੈ ਜੀ। ਇਸ ਤੋਂ ਘੱਟ ਉਹਨਾਂ ਦਾ ਮਾਰਜਿਨ ਵੀ ਨਹੀਂ ਹੁੰਦਾ ਐਥੀਕਲ ਦਾ। ਠੀਕ ਹੈ ਜੀ। ਪਰ ਇਹ ਸਾਡੇ ਕੋਲ ਡਿਸਕਾਊਂਟ ਲੱਗ ਕੇ ਆਇਆ ਹੋਇਆ, 6 ਰੁਪਏ ਰੇਟ ਹੈ ਇਹਦਾ। ਤੇ ਇਹ ਜਿਹੜਾ ਤੁਹਾਡੇ ਸਿਰ 'ਤੇ ਹੁਣ ਇੱਕ ਤਰ੍ਹਾਂ ਦਾ ਇਲਜ਼ਾਮ ਲੱਗ ਚੁੱਕਾ ਹੈ ਕਿ ਤੁਸੀਂ ਪੈਸੇ ਖਾਂਦੇ ਹੋ ਜਾਂ ਪੈਸੇ ਬਚਾਉਂਦੇ ਹੋ, ਲੋਕਾਂ ਦੀ ਜਿਹੜੀ ਆਰਥਿਕ ਲੁੱਟ ਕੀਤੀ ਜਾਂਦੀ ਹੈ। ਇਲਜ਼ਾਮ ਤਾਂ ਹੁਣ ਆਮ ਲੋਕਾਂ ਦੇ ਜ਼ਹਿਨ ਦੇ ਵਿੱਚ, ਆਮ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਚੁੱਕੀ ਹੈ ਕਿ ਤੁਸੀਂ ਲੁੱਟਦੇ ਹੋ ਬਸ। ਨਹੀਂ ਜੀ, ਅਸੀਂ ਬਿਲਕੁਲ ਨਹੀਂ ਲੁੱਟਦੇ। ਹੋ ਸਕਦਾ ਹੈ ਦੂਜੇ ਮੈਡੀਕਲ ਸਟੋਰ ਵਾਲੇ ਲੁੱਟਦੇ ਹੋ ਸਕਦੇ ਆ, ਪਰ ਸਾਰੇ ਨਹੀਂ ਲੁੱਟਦੇ ਹੁੰਦੇ। ਕਈਆਂ ਨੂੰ ਆਪਣੇ ਖਰਚੇ ਵੀ ਕੱਢਣੇ ਆ। ਜਦੋਂ ਡਾਇਰੈਕਟ ਸਟੋਰ ਕੋਈ ਵੀ ਆ, ਜਨਰਲ ਹੈ ਜਾਂ ਜਨ ਔਸ਼ਧੀ ਆ, ਉਹਨਾਂ ਦਾ ਲਾਇਸੈਂਸ ਦਿੱਤਾ ਜਾਂਦਾ ਤਾਂ ਉਹਨਾਂ ਦੀਆਂ ਬਹੁਤ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਜਿਵੇਂ ਕਿ AC, ਰੈਫਰੀਜਰੇਟਰ। ਠੀਕ ਹੈ ਜੀ। ਔਰ ਬਹੁਤ ਚੀਜ਼ਾਂ, ਬੈਟਰੀ, ਇਨਵਰਟਰ, ਬਾਕੀ ਪ੍ਰੋਪਰ ਫਿਟਿੰਗ, ਪ੍ਰੋਪਰ ਏਰੀਆ, ਸਭ ਕੁਝ ਦੇਖਿਆ ਜਾਂਦਾ ਹੈ, ਫਿਰ ਲਾਇਸੈਂਸ ਦਿੱਤਾ ਜਾਂਦਾ। ਔਰ ਇਸ ਦਾ ਆਮ ਲੋਕਾਂ ਦੇ ਨਾਲ ਕੀ ਲੈਣਾ? ਆਮ ਲੋਕ, ਤੁਸੀਂ AC ਲਗਵਾਉਣਾ, ਤੁਸੀਂ ਰੈਫਰੀਜਰੇਟਰ ਰੱਖਣਾ, ਇਨਵਰਟਰ ਰੱਖਣਾ, ਆਮ ਲੋਕਾਂ ਨੂੰ ਦਵਾਈ ਚਾਹੀਦੀ, ਦਵਾਈ ਰੇਟ ਟੂ ਰੇਟ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣਾ ਇੰਨਾ ਕੁ ਖਰਚਾ ਤਾਂ ਕੱਢਣਾ ਹੀ ਆ ਔਰ ਪਰਿਵਾਰ ਵੀ ਚਲਾਉਣੇ ਆ, ਬਟ 100% ਜਾਂ 200% ਉਹ ਕਮਾਉਣਾ ਬਿਲਕੁਲ ਗਲਤ ਹੈ। ਸਾਡੇ ਕੋਲ ਤਾਂ ਡਿਸਕਾਊਂਟ ਲੱਗ ਕੇ ਆਇਆ ਹੋਇਆ ਔਰ ਸਾਨੂੰ ਸਿਰਫ 10-20% ਹੀ ਮਾਰਜਿਨ ਹੁੰਦਾ, ਜਿਹਦੇ ਵਿੱਚੋਂ ਅਸੀਂ ਸਾਰੇ ਖਰਚੇ ਕੱਢਣੇ ਆ, ਸੈਲਰੀਜ਼ ਵੀ ਕੱਢਣੀਆਂ ਆਪਣੇ ਵਰਕਰਸ ਦੀਆਂ, ਸਭ ਕੁਝ ਕੱਢਣਾ ਹੁੰਦਾ। ਠੀਕ ਹੈ ਜੀ। ਅਤੇ ਬਾਕੀ ਜਿਹੜੇ ਦੂਸਰੇ ਮੈਡੀਕਲ ਸਟੋਰ ਆ, ਉਹਨਾਂ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਵੀ ਉਹ ਕਿਸ ਤਰ੍ਹਾਂ ਕਮਾਉਂਦੇ ਆ, ਕਿਸ ਤਰ੍ਹਾਂ ਕਰਦੇ ਆ। ਐਥੀਕਲ ਦਾ ਜ਼ਰੂਰ ਸੁਣਿਆ, ਜਿਵੇਂ ਕਿ ਡਿਸਕਸ਼ਨ ਆਉਂਦੀ ਹੈ ਵੀ ਉਹਨਾਂ ਨੂੰ ਡਿਸਕਾਊਂਟ ਮਤਲਬ ਮਾਰਜਿਨ ਥੋੜ੍ਹਾ ਹੀ ਹੁੰਦਾ ਅਤੇ ਜੈਨਰਿਕ ਵਿੱਚ ਹੁੰਦਾ। ਬਟ ਜੈਨਰਿਕ ਕੰਪਨੀਆਂ ਜਿਹੜੀਆਂ ਨੇ, ਅਗਰ ਜੈਨਰਿਕ ਕੰਪਨੀਆਂ ਹੈਗੀਆਂ, ਉਹ ਮੰਨੀਆਂ ਜਾਂਦੀਆਂ ਕਿ ਜੈਨਰਿਕ ਹੈ, ਤਾਂ ਉਹਨਾਂ ਨੂੰ MRP ਹੀ ਘੱਟ ਲਾਉਣਾ ਚਾਹੀਦਾ। ਇਹਦੇ ਵਿੱਚ ਫਾਰਮਾਸਿਸਟ ਦਾ ਇੰਨਾ ਮਤਲਬ ਕਸੂਰ ਨਹੀਂ ਹੁੰਦਾ। ਉਹ ਕੰਪਨੀਆਂ ਨੂੰ ਕਹਿਣਾ ਚਾਹੀਦਾ, ਹੋਲਸੇਲਰ ਨੂੰ। ਹੋਲਸੇਲਰ ਤਾਂ ਬਹੁਤਾ ਕਮਾਉਂਦੇ ਨਹੀਂ, ਜੋ ਕਮਾਉਂਦੇ ਆ ਫਾਰਮਾਸਿਸਟ ਕਮਾਉਂਦੇ ਹੋਣਗੇ, ਸਾਨੂੰ ਨਹੀਂ ਪਤਾ ਉਹ ਕਮਾਉਂਦੇ ਆ ਕਿ ਨਹੀਂ, ਹੋ ਸਕਦਾ ਕਮਾਉਂਦੇ ਹੋਣਗੇ, ਪਰ ਹੌਸਪੀਟਲ ਵਿੱਚ ਜ਼ਿਆਦਾ ਕਮਾਉਂਦੇ ਆ ਮੇਰੇ ਹਿਸਾਬ ਨਾਲ। ਜਿਹੜੇ ਹੌਸਪੀਟਲ 'ਚ ਮੈਡੀਕਲ ਸਟੋਰ ਬਣੇ ਆ, ਡਾਕਟਰ ਪ੍ਰਸਕ੍ਰਾਈਬ ਕਰਦੇ ਆ, ਪਰ ਡਾਕਟਰ ਵੀ ਸਾਰੇ ਗਲਤ ਨਹੀਂ ਹੁੰਦੇ। ਡਾਕਟਰ ਨੂੰ ਤਾਂ ਰੱਬ ਦਾ ਰੂਪ ਮੰਨਿਆ ਜਾਂਦਾ ਔਰ ਸੇਵਾ ਭਾਵਨਾ ਨਾਲ ਹੀ ਕੰਮ ਕਰਦੇ ਆ। ਹੁਣ ਇਸ ਦੌਰ ਵਿੱਚ ਵੀ ਉਹ ਇੰਨਾ ਵੱਡਾ ਰਿਸਕ ਲੈ ਕੇ ਬੈਠੇ ਹੋਏ ਆ, ਬਟ ਕਈ ਫ੍ਰੀ ਆਫ ਕਾਸਟ ਵੀ ਕੰਮ ਕਰ ਰਹੇ ਆ ਔਰ ਓਵਰ ਗੱਲ ਉਹੀ ਆ ਜਾਂਦੀ ਹੈ ਨਾ, ਕਈ ਕਰ ਰਹੇ ਆ। ਤੁਸੀਂ ਕਹਿ ਰਹੇ ਹੋ ਡਾਕਟਰਸ ਰੱਬ ਦਾ ਰੂਪ ਨੇ, ਅਸੀਂ ਮੰਨਦੇ ਹਾਂ ਕਿ ਸੇਵਾ ਕਰ ਰਹੇ ਨੇ, ਪਰ ਡਾਕਟਰਸ ਨੂੰ ਪੇ ਵੀ ਕੀਤਾ ਜਾਂਦਾ ਹੈ। ਡਾਕਟਰਸ ਤੋਂ ਫ੍ਰੀ ਕੰਮ ਨਹੀਂ ਕਰਵਾਇਆ ਜਾ ਰਿਹਾ, ਸੇਵਾ ਕੋਈ ਕਰ ਰਿਹਾ ਬਸ। ਹਾਂਜੀ, ਬਹੁਤ ਸਾਰੇ ਲੋਕ ਹੈ, ਬਟ ਸਾਰੇ ਗਲਤ ਨਹੀਂ ਹੁੰਦੇ। ਬਹੁਤ ਸਾਰੇ ਕਮਾਉਣ ਵਾਸਤੇ ਬੈਠੇ ਹੁੰਦੇ ਆ, ਬਹੁਤ ਸਾਰੇ ਲੋਕ ਹੈ ਜਿਹੜੇ ਸੇਵਾ ਵੀ ਕਰਦੇ ਅਤੇ ਕਮਾਉਂਦੇ ਵੀ ਆ। ਕਮਾਉਣਾ ਤਾਂ ਸਭ ਨੇ ਹੀ ਹੈ, ਕਮਾਉਣ ਤੋਂ ਬਿਨਾਂ ਤਾਂ ਜ਼ਿੰਦਗੀ ਚੱਲ ਨਹੀਂ ਸਕਦੀ ਨਾ। ਇਸ ਕਰਕੇ ਉਹ ਕਮਾ ਵੀ ਵਧੀਆ ਰਹੇ ਨੇ, ਚਲੋ
ਪਰ ਸੇਵਾ ਵੀ ਕਰ ਰਹੇ ਨੇ, ਰਿਸਕ ਵੀ ਲੈ ਕੇ ਸੇਵਾ ਕਰਦੇ ਨੇ, ਬਟ ਉਹਨਾਂ ਤੇ ਸਾਰਿਆਂ ਤੇ ਇਲਜ਼ਾਮ ਲਾਉਣਾ ਗਲਤ ਹੈ। ਬਿਲਕੁਲ ਇਹ ਠੀਕ ਹੈ, ਸਭ ਨੂੰ ਇੱਕ ਤੱਕੜੀ ਦੇ ਵਿੱਚ ਨਹੀਂ ਤੋਲਣਾ ਚਾਹੀਦਾ, ਇਹ ਅਸੀਂ ਬਿਲਕੁਲ ਅਗਰੀ ਕਰਦੇ ਹਾਂ। ਕਿਉਂਕਿ ਤੁਹਾਡੇ ਤੇ ਸਾਰੇ ਫਾਰਮਾਸਿਸਟ, ਚਲੋ ਠੀਕ ਹੈ, ਸਾਰੇ ਫਾਰਮਾਸਿਸਟ ਵੀ ਗਲਤ ਨਹੀਂ ਹੈਗੇ, ਜਿਹੜੇ ਗਲਤ ਨੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਕਿ ਪੈਸੇ ਬਚਾਏ ਜਾਂਦੇ ਨੇ ਲੋਕਾਂ ਦੀ ਲੁੱਟ ਕਰਕੇ, ਕੀ ਅਜਿਹਾ ਵੀ ਹੈ ਕਿ ਤੁਹਾਨੂੰ ਪੱਲਿਓਂ ਵੀ ਪੈਸੇ ਲਾਣੇ ਪੈਂਦੇ ਨੇ? ਹਾਂਜੀ, ਸਾਨੂੰ ਸਵਾ ਕੁ ਸਾਲ ਹੋਇਆ ਮੈਡੀਕਲ ਸਟੋਰ ਖੋਲ੍ਹੇ ਨੂੰ, ਸਾਡਾ ਬਹੁਤ ਲਾਸ ਹੋਇਆ। ਐਕਸਪਾਇਰ ਵੀ ਹੁੰਦੀਆਂ ਮੈਡੀਸਿਨ, ਸਾਡੇ ਤੋਂ ਵਾਪਸ ਨਹੀਂ ਲਈਆਂ ਜਾਂਦੀਆਂ, ਉਹਦਾ ਲਾਸ ਸਾਨੂੰ ਹੀ ਭੁਗਤਣਾ ਪੈਂਦਾ, ਜਦ ਕਿ ਸਾਡਾ ਉਹਨਾਂ ਮਾਰਜਿਨ ਨਹੀਂ ਹੈ ਜਿੰਨਾ ਸਾਨੂੰ ਲਾਸ ਹੋ ਰਿਹਾ ਇਸ ਟਾਈਮ। ਠੀਕ ਹੈ, ਅੱਗੇ ਸਾਨੂੰ ਪਤਾ ਚੱਲ ਜੂਗਾ ਕਿਸ ਤਰ੍ਹਾਂ ਮੈਨੇਜ ਕਰਨਾ ਇਹਨੂੰ, ਬਟ ਅਸੀਂ ਹਮੇਸ਼ਾ ਇਹ ਸੇਵਾ ਦੀ ਭਾਵਨਾ 'ਚ ਰਹਿ ਕੇ ਹੀ ਕੰਮ ਕੀਤਾ ਅਤੇ ਸੇਵਾ ਦੀ ਭਾਵਨਾ 'ਚ ਰਹਿ ਕੇ ਹੀ ਕੰਮ ਕਰਾਂਗੇ। ਅਸੀਂ ਫ੍ਰੀ ਆਫ ਕਾਸਟ ਹੋਮ ਡਿਲੀਵਰੀ ਵੀ ਕੀਤੀ ਹੈ ਲੋਕਡਾਊਨ ਦੇ ਵਿੱਚ। ਸਾਨੂੰ ਮਤਲਬ ਲੋਕਾਂ ਦੀਆਂ ਦੁਆਵਾਂ ਬਹੁਤ ਮਿਲਦੀਆਂ, ਇਹ ਸਭ ਤੋਂ ਵੱਡਾ ਸਾਡੀ ਇਨਕਮ ਹੈ, ਜਿਹੜੀਆਂ ਸਾਨੂੰ ਦੁਆਵਾਂ ਦੇ ਕੇ ਜਾਂਦੇ ਆ ਲੋਕ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਬਹੁਤ ਲੋਕ ਹੈ ਜਿਹੜੇ ਅਵੇਅਰ ਨਹੀਂ, ਉਹ ਸਾਡੇ ਨਾਲ ਬਹਿਸ ਵੀ ਕਰਦੇ ਆ ਕੇ, ਕਹਿੰਦੇ ਜੀ ਇਹ ਦਵਾਈਆਂ ਨਕਲੀ ਨੇ, ਤੁਹਾਡੀਆਂ ਅਸਲੀ ਨਹੀਂ ਹੈਗੀਆਂ। ਜਿਸ ਤਰ੍ਹਾਂ ਬਾਹਰ ਜਿਹੜੀ ਦਵਾਈ, ਜਿਹੜਾ ਸੈਸ਼ੇ 112 ਰੁਪਏ ਦਾ ਮਿਲ ਰਿਹਾ, ਜੇ ਤੁਸੀਂ ਉਹ ਦਵਾਈ 20 ਰੁਪਏ ਦੇ ਵਿੱਚ ਦੇ ਵੀ ਰਹੇ ਹੋ ਤਾਂ ਨੈਚੁਰਲ ਜੀ ਗੱਲ ਹੈ ਕਿ ਆਮ ਬੰਦੇ ਨੂੰ ਇਹੀ ਲੱਗੇਗਾ ਸ਼ਾਇਦ ਇਹ ਨਕਲੀ ਹੈ, ਸ਼ਾਇਦ ਸਾਲਟ ਉਹ ਨਹੀਂ ਹੈ, ਜਾਂ ਸ਼ਾਇਦ ਗੁੰਮਰਾਹ ਕੀਤਾ ਜਾ ਰਿਹਾ ਹੈ। ਬਿਲਕੁਲ ਜੀ, ਬਿਲਕੁਲ ਇਹੀ ਤਾਂ ਸਰਕਾਰ ਨੂੰ ਮਤਲਬ ਇਹ ਜਾਗਰੂਕ ਕਰਨਾ ਚਾਹੀਦਾ ਹੈ ਕਿ ਕਿਵੇਂ ਜਿਹੜੀ ਦਵਾਈ ਆ ਉਹ ਜੈਨਰਿਕ ਹੈ, ਸਾਲਟ ਹੀ ਇੱਕ ਮੈਡੀਸਿਨ ਹੁੰਦੀ ਆ, ਜਿਹੜੇ ਨਾਮ ਹੁੰਦੇ ਨੇ ਓਮਨੀ ਜੈਲ ਜਾਂ ਵੋਲਨੀ ਜੈਲ ਜਾਂ ਐਮਲੋਂਗ 80 ਜਾਂ ਕੋਈ ਵੀ ਆ, ਉਹ ਸਿਰਫ ਬ੍ਰਾਂਡ ਦੇ ਨੇਮ ਆ, ਔਰ ਅਸਲ ਜਿਹੜਾ ਸਾਲਟ ਹੁੰਦਾ ਉਹੀ ਦਵਾਈ ਹੁੰਦੀ ਹੈ। ਔਰ ਬਹੁਤ ਸਾਰੇ ਡਾਕਟਰ ਸਾਨੂੰ ਸਾਲਟ ਲਿਖ ਕੇ ਵੀ ਭੇਜਦੇ ਆ, ਔਰ ਕਈ ਡਾਕਟਰ ਹੈਗੇ, ਕੁਝ ਕੁ ਡਾਕਟਰ ਹੈਗੇ ਜਿਹੜੇ ਵਾਪਸ ਵੀ ਕਰਵਾਉਂਦੇ ਆ ਸਾਡੀਆਂ ਵੇਚੀਆਂ ਹੋਈਆਂ ਦਵਾਈਆਂ ਵੀ ਇਹ ਨਕਲੀ ਨੇ, ਬਟ ਇਹ ਗਲਤ ਹੈ, ਇਹ ਉਹ ਲੋਕਾਂ ਲਈ ਗਲਤ ਹੈ, ਉਹ ਡਾਕਟਰਸ ਲਈ ਗਲਤ ਹੈ। ਠੀਕ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਪੇਸ਼ੈਂਟਸ ਨੂੰ ਐਡਵਾਈਸ ਕਰਦੇ ਕਿ ਤੁਸੀਂ ਜਨ ਔਸ਼ਧੀ ਸੈਂਟਰ 'ਤੇ ਜਾਓ, ਉੱਥੇ ਤੁਹਾਨੂੰ ਓਰੀਜਨਲ ਦਵਾਈ ਤੇ ਸਸਤੀ ਦਵਾਈ ਮਿਲੇਗੀ। ਇੱਕ ਰਿਸ਼ਤਾ ਦੱਸਿਆ ਗਿਆ ਫਾਰਮਾਸਿਸਟ ਦਾ ਡਾਕਟਰ ਦੇ ਨਾਲ ਕਿ ਪਰਚੀ ਤੇ ਦਵਾਈ ਲਿਖ ਕੇ ਦੇ ਦਿੱਤੀ ਜਾਂਦੀ ਹੈ, ਉਹਦੇ ਵਿੱਚ ਡਾਕਟਰ ਦੀ ਆਪਣੀ ਇੱਕ ਕਮਿਸ਼ਨ ਹੁੰਦੀ ਹੈ। ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਜੇ ਮੈਂ ਗੱਲ ਕਰਾਂ ਨਾ, ਤੇ ਆਮ ਲੋਕ ਕਹਿੰਦੇ ਨੇ ਡਾਕਟਰ ਲਿਖਦੇ ਨੇ ਮੈਂ ਲੁੱਟ ਲਿਆ, ਹੁਣ ਤੂੰ ਵੀ ਲੁੱਟ ਲੈ। ਨਹੀਂ ਜੀ, ਗੱਲ ਇਹ ਨਹੀਂ ਹੈਗੀ। ਡਾਕਟਰ ਕੋਲ ਅਗਰ ਕੋਈ ਮੈਡੀਕਲ ਰੈਪ ਆਉਂਦਾ ਹੈ ਉਹਦੀ ਐਡ ਕਰਨ, ਤਾਂ ਉਹ ਆਪਣੀ ਕਮਿਸ਼ਨ ਜ਼ਰੂਰ ਦੇਗਾ, ਔਰ ਉਹਨੂੰ ਨੌਲੇਜ ਵੀ ਦਿੰਦੇ, ਕਿਉਂਕਿ ਨਵੇਂ ਕੰਬੀਨੇਸ਼ਨ ਆਉਂਦੇ ਆ ਮਾਰਕੀਟ 'ਚ। ਠੀਕ ਹੈ, ਪਰ ਬਹੁਤ ਜ਼ਿਆਦਾ ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੀ, ਕਿਉਂਕਿ ਸਾਡੀ ਜਿਹੜੀ ਜਨ ਔਸ਼ਧੀ ਉਹ ਬਿਲਕੁਲ ਡਿਫਰੈਂਟ ਆ, ਨਾ ਹੀ ਇਹਦਾ ਕੋਈ ਮੈਡੀਕਲ ਰੈਪ ਆ, ਨਾ ਹੀ ਇਹ ਕੋਈ ਡਾਕਟਰ ਕੋਲ ਜਾਂਦਾ ਹੈ। ਇਹ ਤਾਂ ਸਿਰਫ ਸਰਕਾਰ ਵੱਲੋਂ ਸਕੀਮ ਹੈ, ਸਰਕਾਰ ਹੀ ਇਹਨਾਂ ਨੂੰ ਦੱਸਦੀ ਹੈ, ਡਾਕਟਰਸ ਨੂੰ ਕਹਿੰਦੀ ਹੈ ਕਿ ਸਾਲਟ ਲਿਖੋ। ਠੀਕ ਹੈ, ਬਟ ਠੀਕ ਹੈ, ਡਾਕਟਰਸ ਦੀ ਗੱਲ ਵੀ ਠੀਕ ਹੈ ਕਿ ਸਾਰੇ ਸਾਲਟ ਪੋਸੀਬਲ ਵੀ ਨਹੀਂ ਹੈ, ਕਈ ਕੰਬੀਨੇਸ਼ਨ ਬਹੁਤ ਜ਼ਿਆਦਾ ਹੁੰਦੇ ਆ, ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ, ਇੰਨਿਆਂ ਦੇ ਸਾਲਟ ਨਹੀਂ ਲਿਖੇ ਜਾਂਦੇ। ਬਟ ਅਸੀਂ ਉਹ ਸਿਰਫ ਇਹ ਜ਼ਰੂਰ ਐਡਵਾਈਸ ਕਰਦੇ, ਕਈਆਂ ਨੇ ਆਪਣੀ ਸਲਿੱਪ 'ਤੇ ਵੀ ਲਿਖਿਆ ਹੁੰਦਾ ਕਿ ਜਿੱਥੋਂ ਮਰਜ਼ੀ ਪੇਸ਼ੈਂਟ ਲੈ ਸਕਦਾ ਹੈ, ਜੈਨਰਿਕ ਦਵਾਈ ਖਰੀਦ ਸਕਦਾ ਹੈ, ਤਾਂ ਉਹ ਬਹੁਤ ਵਧੀਆ ਚੀਜ਼ ਆ। ਤੁਸੀਂ ਕਹਿ ਰਹੇ ਹੋ ਕਿ ਡਾਕਟਰਸ ਵੀ ਕਈ ਵਾਰ ਦਵਾਈ ਮੋੜ ਦਿੰਦੇ ਨੇ ਇਹ ਕਹਿ ਕੇ ਕਿ ਇਹ ਦਵਾਈ ਨਕਲੀ ਹੈ, ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਉਹ ਪੜ੍ਹਿਆ ਲਿਖਿਆ ਡਾਕਟਰ ਵੀ ਅਵੇਅਰ ਨਹੀਂ ਹੈਗਾ? ਨਹੀਂ ਜੀ, ਉਹ ਬਹੁਤ ਜ਼ਿਆਦਾ ਡਿਗਰੀ ਹੋਲਡਰ ਡਾਕਟਰ ਨਹੀਂ ਹੁੰਦੇ, ਕਈ RMPs ਹੁੰਦੇ ਆ, ਮੈਕਸੀਮਮ ਉਹੀ ਇਸ ਤਰ੍ਹਾਂ ਕਰਦੇ ਆ, ਕਿਉਂਕਿ ਉਹਨਾਂ ਨੇ ਆਪਣੀਆਂ ਦਵਾਈਆਂ 'ਚੋਂ ਕਮਿਸ਼ਨ ਖਾਣੀ ਹੁੰਦੀ ਆ। ਠੀਕ ਹੈ ਜੀ, ਉਹੀ ਇਸ ਤਰ੍ਹਾਂ ਕਰਦੇ, ਜਿਹੜੇ ਬਹੁਤ ਵਧੀਆ ਡਾਕਟਰ ਹੈਗੇ ਨੇ, ਕੁਆਲੀਫਾਈਡ ਨੇ, ਉਹ ਨਹੀਂ ਇਸ ਤਰ੍ਹਾਂ ਕਰਦੇ, ਮੋਸਟਲੀ ਉਹ ਨਹੀਂ ਕਰਦੇ। ਬਾਕੀ ਸਾਰਿਆਂ ਦਾ ਤਾਂ ਮੈਂ ਕੁਝ ਨਹੀਂ ਕਹਿ ਸਕਦੀ। ਠੀਕ ਹੈ, ਜੋ ਸਾਡੇ ਕੋਲ ਹੁਣ ਤੱਕ ਦਾ ਐਕਸਪੀਰੀਅੰਸ ਉਹ ਇਹੀ ਹੈ ਕਿ ਜਿੰਨੇ ਵੀ ਪਿੱਛੇ ਜਾਂਦੇ ਆ ਡਾਕਟਰ, ਪਿੱਛੇ ਮਤਲਬ RMP ਬੈਠੇ ਹੁੰਦੇ ਆ, ਉਹ ਇਸ ਤਰ੍ਹਾਂ ਕਰਦੇ ਆ, ਉਹ ਪੇਸ਼ੈਂਟ ਨੂੰ ਗੁੰਮਰਾਹ ਕਰਦੇ ਆ, ਉਹਨਾਂ ਨੂੰ ਕਹਿੰਦੇ ਜੀ ਆਹੀ ਰੰਗ ਦਾ ਪੱਤਾ ਹੋਣਾ ਚਾਹੀਦਾ, ਤੇ ਉਹ ਸਾਨੂੰ ਵਾਪਸ ਵੀ ਕਰਵਾਉਂਦੇ ਆ ਦਵਾਈਆਂ, ਫਿਰ ਸਾਨੂੰ ਉਹਦਾ ਲਾਸ ਭੁਗਤਣਾ ਪੈਂਦਾ। ਬਸ ਇਹੀ ਹੈ, ਮੈਂ ਤਾਂ ਇਹੀ ਕਹੂੰਗੀ ਕਿ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਜਿਹੜੀਆਂ ਜੈਨਰਿਕ ਦਵਾਈਆਂ ਨੇ, ਉਹ ਸਾਲਟ ਤੁਸੀਂ ਗੂਗਲ 'ਤੇ ਜਾਓ, ਉਹਦੇ ਤਾਂ ਮੈਂ ਨਾਮ ਲਿਖੋ, ਉਹਦਾ ਫਾਰਮੂਲਾ ਕੰਪੋਜੀਸ਼ਨ ਉਹਦੀ ਆ ਜਾਂਦੀ ਹੈ, ਉਹਦੀ ਮਤਲਬ ਡੋਜ਼ ਵੀ ਆ ਜਾਂਦੀ ਹੈ, ਕਿੰਨੀ ਪਾਵਰ ਦੀ ਆ ਉਹ ਵੀ ਆ ਜਾਂਦੀ ਆ, ਉਹ ਦੇਖੋ ਤੁਸੀਂ, ਉਸ ਸਾਲਟ ਦਾ ਸਾਨੂੰ ਦੱਸੋ ਵੀ ਆਹ ਮੈਂ ਪੱਤੇ ਲਿਆ ਕੇ ਦਿਖਾਓ, ਅਸੀਂ ਉਹ ਦੇਵਾਂਗੇ। ਮੋਦੀ ਖਾਨੇ ਨੂੰ ਖੋਲ੍ਹਣ ਦੇ ਪਿੱਛੇ ਇੱਕ ਚੰਗੀ ਸੋਚ ਸੀ ਕਿ ਲੋਕਾਂ ਨੂੰ ਲੁੱਟ ਤੋਂ ਬਚਾਇਆ, ਆਰਥਿਕ ਲੁੱਟ ਤੋਂ ਬਚਾਇਆ ਜਾ ਸਕੇ। ਜੇ ਕੋਈ ਵਿਅਕਤੀ, ਅਸੀਂ ਆਪ ਦੇਖਿਆ ਉੱਥੇ ਖੜ ਕੇ, ਜੇ ਕੋਈ ਵਿਅਕਤੀ ਨਹੀਂ ਅਫੋਰਡ ਕਰ ਸਕਦਾ ਕੋਈ ਮਹਿੰਗੀ ਦਵਾਈ, ਤਾਂ ਉਸਨੂੰ ਜਿੰਨੇ ਪੈਸੇ ਉਹਦੇ ਕੋਲ ਹੈਗੇ ਨੇ, ਜੇ 100 ਰੁਪਏ ਦੀ ਦਵਾਈ ਹੈ ਤੇ ਉਹ 20, 30, 40 ਰੁਪਏ ਦੇ ਰਿਹਾ, ਤੇ ਉਹ ਲੈ ਕੇ ਵੀ ਉਸਨੂੰ ਉਹ ਦਵਾਈ ਦੇ ਦਿੱਤੀ ਜਾਂਦੀ ਹੈ। ਇੱਕ ਚੰਗੀ ਸੋਚ ਦੇ ਨਾਲ ਮੋਦੀ ਖਾਨੇ ਦੀ ਸ਼ੁਰੂਆਤ ਹੋਈ ਸੀ। ਅੱਜ ਮੋਦੀ ਖਾਨੇ ਦੇ ਖਿਲਾਫ ਬੋਲਣ ਵਾਲੇ ਵੀ ਬਹੁਤ ਸਾਰੇ ਲੋਕ ਨੇ, ਕਿ ਉਹਨਾਂ ਖਿਲਾਫ ਬੋਲਣ ਵਾਲੇ ਲੋਕਾਂ ਵਿੱਚੋਂ ਤੁਸੀਂ ਵੀ ਇੱਕ ਹੋ? ਮੇਰੇ ਖਿਆਲ ਵਿੱਚ ਨਹੀਂ, ਅਸੀਂ ਕੁਝ ਨਹੀਂ ਕਵਾਂਗੇ ਉਹਨਾਂ ਬਾਰੇ, ਸਿਰਫ ਮੈਂ ਇਸ ਗੱਲ 'ਤੇ ਕਹਿੰਦੀ ਉਹਨਾਂ ਦੇ ਖਿਲਾਫ ਇਸ ਕਰਕੇ ਜਾ ਰਹੇ ਹੋ ਕਿਉਂਕਿ ਉਹ ਕਹਿੰਦੇ ਮੈਂ ਰੇਟ ਟੂ ਰੇਟ ਹੀ ਵੇਚਣਾ, ਜਿੰਨੇ ਦਾ ਮੈਨੂੰ ਪਿਆ ਮੈਂ ਮਾਰਜਿਨ ਤੋਂ ਬਿਨਾਂ ਨਹੀਂ ਵੇਚੂੰਗਾ।
ਪਰ ਸਾਰੇ ਇਸ ਤਰ੍ਹਾਂ ਨਹੀਂ ਕਰ ਸਕਦੇ, ਪੋਸੀਬਲ ਨਹੀਂ ਹੈਗਾ। ਸਭ ਨੇ ਮੁਨਾਫਾ ਤਾਂ ਖੱਟਣਾ ਹੀ ਹੈ, ਬਟ ਉਹ ਥੋੜਾ ਜਿਹਾ ਲਿਮਟ 'ਚ ਰਹਿ ਕੇ ਖੱਟਣਾ ਚਾਹੀਦਾ, ਠੀਕ ਹੈ। ਇਸ ਕਰਕੇ ਉਹਨਾਂ ਦੇ ਖਿਲਾਫ ਜਾ ਰਹੇ ਆ। ਸਿਰਫ ਉਹਨਾਂ ਨੂੰ ਆਪਣੇ ਅਗਰ ਕੁਛ ਉਹ ਅੱਛਾ ਕੰਮ ਕਰ ਰਹੇ ਆ ਤਾਂ ਆਪਣੇ ਬਲਬੂਤੇ ਤੇ ਕਰਨਾ ਚਾਹੀਦਾ, ਠੀਕ ਹੈ। ਦੂਜਿਆਂ ਨੂੰ ਬਲੇਮ ਨਹੀਂ ਦੇਣਾ ਚਾਹੀਦਾ। ਤੁਹਾਡਾ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਭੰਡਣਾ, ਸਾਰਿਆਂ ਨੂੰ ਇੱਕੋ ਤੱਕੜੀ ਦੇ ਵਿੱਚ ਤੋਲਣਾ, ਨੂੰ ਇੱਕੋ ਤੱਕੜੀ ਦੇ ਵਿੱਚ ਨਹੀਂ ਤੋਲਣਾ ਚਾਹੀਦਾ। ਸਾਰੇ ਲੁੱਟਦੇ ਨਹੀਂ ਹੁੰਦੇ, ਜਿੰਨਾ ਕਿਸੇ ਦਾ ਹੁੰਦਾ ਉਹ ਡਿਸਕਾਊਂਟ ਜ਼ਰੂਰ ਦਿੰਦਾ ਹੈ, ਠੀਕ ਹੈ ਜੀ। ਪਰ ਠੀਕ ਹੈ, ਅਗਰ ਜੈਨਰਿਕ ਦਵਾਈਆਂ ਦੇ ਰੇਟ ਵੱਧ ਲੱਗੇ ਤਾਂ ਉਹ ਕੰਪਨੀਆਂ ਦਾ ਕਸੂਰ ਹੈ, ਫਾਰਮਾਸਿਸਟ ਦਾ ਉਹਨਾਂ ਕਸੂਰ ਨਹੀਂ ਹੁੰਦਾ। ਪਰ ਜੇ ਸਰਕਾਰ ਇਹ ਯੋਜਨਾ, ਜਿਹੜੀ ਤੁਸੀਂ ਜਨ ਔਸ਼ਧੀ ਯੋਜਨਾ ਦੀ ਗੱਲ ਕਰ ਰਹੇ ਹੋ, ਕਿ ਸਰਕਾਰ ਵੱਲੋਂ ਆਈਆਂ ਦਵਾਈਆਂ ਅਸੀਂ ਤਾਂ 50% ਜਾਂ ਉਸ ਤੋਂ ਵੀ ਘੱਟ ਜਿਹੜਾ ਰੇਟ ਤੇ ਉਹ ਚੀਜ਼ਾਂ ਜਾਂ ਉਹ ਦਵਾਈਆਂ ਜਿਹੜੀਆਂ ਨੇ ਉਹ ਵੇਚਦੇ ਆ, ਜੈਨਰਿਕ ਮੈਡੀਸਿਨਸ ਦੇ ਰਹੇ ਆ, ਜੇ ਇਦਾਂ ਹੀ ਹੁੰਦਾ, ਜੇ ਇਹ ਸੱਚ ਹੁੰਦਾ, ਹੁਣ ਤੱਕ ਆਮ ਲੋਕਾਂ ਨੂੰ ਇਹ ਲਾਹਾ ਮਿਲ ਰਿਹਾ ਹੁੰਦਾ, ਤੇ ਮੋਦੀ ਖਾਨਾ ਖੋਲਣ ਦੀ ਲੋੜ ਹੀ ਕੀ ਪੈਂਦੀ? ਲੋਕਾਂ ਨੂੰ ਮੋਦੀ ਖਾਨੇ ਦੇ ਨਾਲ ਖੜਨ ਦੀ ਲੋੜ ਹੀ ਕਿਉਂ? ਬਿਲਕੁਲ ਜੀ, ਲੋਕਾਂ ਨੂੰ ਇੱਧਰ ਵੱਲ ਝੁਕਣਾ ਚਾਹੀਦਾ। ਜਦੋਂ ਮੋਦੀ ਪ੍ਰਧਾਨ ਮੰਤਰੀ ਜੀ ਨੇ ਇਸ ਫੈਸਿਲਿਟੀ ਇੰਨੇ ਸਾਲ ਤੋਂ ਦਿੱਤੀ ਹੋਈ ਆ, ਬਹੁਤ ਲੋਕ ਫਾਇਦਾ ਉਠਾ ਵੀ ਚੁੱਕੇ ਔਰ ਉਠਾ ਵੀ ਰਹੇ ਆ, ਜਾਗਰੂਕ ਹੋ ਵੀ ਰਹੇ ਆ। ਤਾਂ ਉਹਨਾਂ ਨੂੰ ਇਹ ਚੀਜ਼ਾਂ ਮਤਲਬ ਇੱਧਰ ਅਵੇਅਰ ਕਰਨਾ ਚਾਹੀਦਾ ਕਿ ਜਿਹੜੀ ਮੈਡੀਸਿਨ ਦੀ ਸਕੀਮ ਆਈ ਹੈ ਸਰਕਾਰ ਵੱਲੋਂ, ਉਹਦਾ ਫਾਇਦਾ ਉਠਾਓ, ਠੀਕ ਹੈ। ਜੈਨਰਿਕ ਦਵਾਈਆਂ ਜਿਹੜੀਆਂ ਦੂਸਰੀਆਂ ਕੰਪਨੀਆਂ ਨੇ, ਪ੍ਰਾਈਵੇਟ ਕੰਪਨੀਆਂ, ਸਾਨੂੰ ਨਹੀਂ ਪਤਾ ਉਹ ਜੈਨਰਿਕ ਹੈ ਨਹੀਂ ਹੈ, ਠੀਕ ਹੈ। ਉਹ ਸਰਕਾਰ ਨੂੰ ਕੰਟਰੋਲ ਕਰਨਾ ਪਏਗਾ, ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ, ਠੀਕ ਹੈ। ਸਰਕਾਰ ਕੰਟਰੋਲ ਕਰ ਸਕਦੀ ਤਾਂ ਹੁਣ ਤੱਕ ਹੋ ਜਾਣਾ ਸੀ, ਹੁਣ ਤੱਕ ਨਹੀਂ ਹੋਇਆ, ਤਾਂ ਹੀ ਆਵਾਜ਼ ਚੁੱਕਣੀ ਪਈ। ਇਹ ਤਾਂ ਜੀ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ। ਸਾਨੂੰ ਤਾਂ ਪ੍ਰਧਾਨ ਮੰਤਰੀ ਜੀ ਨੇ ਇਹ ਸਕੀਮ ਦੇਤੀ ਹੋਈ ਹੈ, ਅਸੀਂ ਉਹਦੇ ਅਕੋਰਡਿੰਗ ਚੱਲ ਰਹੇ ਹੋਏ ਹਾਂ, ਠੀਕ ਹੈ। ਪਰ ਬਾਕੀ ਮੈਡੀਸਿਨ ਬਾਰੇ, ਬਾਕੀ ਜੈਨਰਿਕ ਕੰਪਨੀਆਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਸਾਨੂੰ ਉਹ ਨੌਲੇਜ ਤੋਂ ਬਾਹਰ ਹੈ। ਸਾਨੂੰ ਤਾਂ ਈਵਨ ਕਿ ਬ੍ਰਾਂਡ ਨੇਮ ਵੀ ਯਾਦ ਨਹੀਂ ਹੁੰਦੇ, ਸਾਨੂੰ ਸਿਰਫ ਸਾਲਟ ਹੀ ਯਾਦ ਹੁੰਦੇ ਆ। ਅਸੀਂ ਸਰਚ ਕਰਕੇ ਹੀ ਦਵਾਈਆਂ ਦਿੰਦੇ ਆ। ਤੁਸੀਂ ਓਮਨੀ ਜੈਲ ਦੀ ਮੈਨੂੰ ਉਦਾਹਰਣ ਦਿੱਤੀ ਸੀ ਕਿ ਓਮਨੀ ਜੈਲ ਦੀ ਡੱਬੀ ਦਿਖਾ ਕੇ ਉਹਨਾਂ ਨੇ ਕਿਹਾ ਦੇਖੋ ਓਮਨੀ ਜੈਲ ਦੀ MRP ਇੰਨੀ, ਅਸਲੀਅਤ ਦੇ ਵਿੱਚ ਮੈਨੂੰ ਇੰਨੇ ਦੀ ਮਿਲੀ ਹੈ। ਤੁਸੀਂ ਆਪਣੀ ਜੈਲ ਦਾ ਕੋਈ ਸਾਲਟ ਦੱਸ ਰਹੇ ਸੀ ਕਿ ਦੇਖੋ ਸੇਮ ਸਾਲਟ ਹੈ, ਉਹ ਜ਼ਰਾ ਦਰਸ਼ਕਾਂ ਨੂੰ। ਇਹ ਸੇਮ ਸਾਲਟ ਹੈ, ਡਿਕਲੋਫੈਨਿਕ ਵਿਦ ਵਰਜਨ ਆਇਲ ਔਰ ਮੈਂਥੋਲ ਤੇ ਮਿਥਾਈਲ ਸੈਲੀਸਿਲਿਕ, ਸੇਮ ਵੋਲਨੀ ਜੈਲ 'ਚ, ਸੇਮ ਓਮਨੀ ਜੈਲ 'ਚ, ਔਰ ਉਹਨਾਂ ਦੇ ਰੇਟ ਵੱਖਰੇ ਵੱਖਰੇ ਨੇ। ਵੋਲਨੀ ਜੈਲ ਦਾ 100 ਤੋਂ ਉੱਪਰ ਰੇਟ ਹੈ, ਸ਼ਾਇਦ ਇਹ 30 ਗ੍ਰਾਮ ਦਾ ਮੇਰੇ ਖਿਆਲ ਵਿੱਚ 100 ਤੋਂ 125-30 ਤੱਕ ਹੋਏਗਾ, ਔਰ ਸਾਡੇ ਕੋਲ ਸਿਰਫ 20 ਰੁਪੀਜ਼ ਹੈ। ਓਮਨੀ ਜੈਲ ਦਾ ਜੇ ਉਹਨਾਂ ਨੂੰ 32 ਰੁਪਏ ਦੀ ਪਈ ਹੈ, ਸਾਨੂੰ ਤਾਂ ਇਹ 18 ਰੁਪਏ ਦੀ ਪਈ ਹੋਣੀ ਹੈ, ਜਿਹੜੀ ਸਾਨੂੰ ਅਸੀਂ 20 ਰੁਪਏ ਦੀ ਵੇਚ ਰਹੇ ਹਾਂ। ਸਾਨੂੰ ਇੰਨਾ ਕੀ ਮਾਰਜਨ ਹੁੰਦਾ ਹੈ। ਲੋਕ ਇਹ ਵਿਸ਼ਵਾਸ ਕਰ ਲੈਂਦੇ ਨੇ ਕਿ ਓਮਨੀ ਜੈਲ ਦੀ ਥਾਂ ਤੇਲ ਲਗਾ ਲਾਂਗੇ ਤੇ ਫਰਕ ਪੈ ਜਾਏਗਾ। ਕਰਦੇ ਨੇ ਉਹ ਬਹੁਤ ਵਿਸ਼ਵਾਸ ਕਰਦੇ ਨੇ, ਜਿਹੜੇ ਸਿਰਫ ਬ੍ਰਾਂਡ ਦੇਖਦੇ ਨੇ ਉਹ ਵਿਸ਼ਵਾਸ ਨਹੀਂ ਕਰਦੇ। ਉਹਨਾਂ ਨੂੰ ਸਾਨੂੰ ਸਮਝਾਉਣਾ ਪੈਂਦਾ। ਮਤਲਬ ਲੋਕਾਂ ਦੇ ਦਿਮਾਗ 'ਚੋਂ ਗੱਲਾਂ ਜਿਹੜੀਆਂ ਬੈਠ ਗਈਆਂ ਨੇ ਉਹਨਾਂ ਨੂੰ ਬਦਲਣਾ, ਜਾਂ ਐਡ ਦੇਖਦੇ ਨੇ। ਜਿਹੜੇ ਲੋਕ ਨਹੀਂ ਮੰਨਦੇ ਉਹ ਐਡ ਤੇ ਜਾਂਦੇ ਆ, ਜਿੰਨੇ ਕੰਪਨੀਆਂ ਐਡ ਦਿੰਦੀਆਂ ਨੇ ਉਹਨਾਂ ਦੇ ਮਗਰ ਭੱਜੇ ਫਿਰਦੇ ਆ। ਉਹਨਾਂ ਨੂੰ ਅਵੇਅਰ ਹੋਣਾ ਪਊਗਾ ਵੀ ਇਹ ਸਾਲਟ ਦੇਖੋ, ਤੁਸੀਂ ਇਹ ਬ੍ਰਾਂਡ ਨਾ ਦੇਖੋ, ਕਲਰ ਨਾ ਦੇਖੋ, ਸਿਰਫ ਸਾਲਟ ਦੇਖੋ ਵੀ ਇਹ ਮਤਲਬ ਕੀ ਹੈ, ਇਹਦਾ ਮੈਡੀਸਿਨ ਕਿਹੜੀ ਹੈ। ਮੈਡੀਸਿਨ ਸਾਲਟ ਹੀ ਹੁੰਦੀ ਹੈ, ਕੰਮ ਸਾਲਟ ਨਹੀਂ ਕਰਨਾ ਹੁੰਦਾ, ਨਾ ਕਿ ਕਿਸੇ ਬ੍ਰਾਂਡ ਨੇ। ਬਹੁਤ ਆਖਿਰ ਦੇ ਵਿੱਚ ਹਾਂ ਐਗਜ਼ਾਮਪਲਸ ਦੱਸੋ ਤੁਸੀਂ, ਸ਼ਾਇਦ ਲੋਕ ਜ਼ਿਆਦਾ ਸਮਝਣ। ਟੈਲਮੀ 40 ਹੈ, ਸਾਡੇ ਕੋਲ 40 ਰੁਪੀਜ਼ 10 ਰੁਪੀਜ਼ ਦਾ ਪੱਤਾ ਹੈ। ਬਾਹਰ ਇਹਦਾ ਰੇਟ 120 ਦੇ ਕਰੀਬ ਹੈਗਾ, ਬਹੁਤ ਜ਼ਿਆਦਾ ਹੈ। ਮਤਲਬ ਸਾਨੂੰ ਦੇਖ ਲਓ ਕਿੰਨੇ % ਡਿਸਕਾਊਂਟ ਹੋ ਗਿਆ। ਉਹ ਸਾਡਾ MRP ਲੱਗ ਕੇ ਆਇਆ ਹੁੰਦਾ, ਨਾ ਕਿ ਅਸੀਂ ਇਹਦੇ ਵਿੱਚ ਕੁਝ ਘੱਟ ਵੱਧ ਕਰ ਸਕਦੇ ਹਾਂ। ਔਰ ਬਾਕੀ ਕੰਪਨੀਆਂ ਨੂੰ ਵੀ ਇਹੀ ਚਾਹੀਦਾ, ਕੋਈ ਪ੍ਰਾਈਵੇਟ ਕੰਪਨੀ ਹੈ ਤਾਂ ਸਰਕਾਰ ਨੂੰ ਉਹਦਾ ਰੇਟ ਹੀ ਫਿਕਸ ਕਰ ਦੇਣਾ ਚਾਹੀਦਾ, ਮਾਰਜਿਨ ਰੱਖ ਕੇ। ਇਸ ਤਰ੍ਹਾਂ ਹੀ ਸਾਡੀ ਐਮਲੋਂਗ 80 ਹੈ। ਐਮਲੋਂਗ 80 ਦਾ ਰੇਟ ਸਾਡੇ ਕੋਲ 6 ਰੁਪਏ ਆ, ਔਰ ਮਾਰਕੀਟ ਵਿੱਚ 122 ਰੁਪਏ, 125 ਰੁਪਏ ਹੈਗਾ। ਟੈਲਮੀ ਤੇ ਐਮਲੋ ਮਤਲਬ ਟੈਲਮਾ AM ਜਿਹਨੂੰ ਕਹਿੰਦੇ ਆ, ਉਹਦਾ ਇਹ ਸਾਲਟ ਹੈ ਟੈਲਮੀ ਸਾਰਟਨ ਪਲੱਸ ਐਮਲੋਡੀਪਾਈਨ। ਇਹਦਾ ਰੇਟ ਸਾਡੇ ਕੋਲ 20 ਰੁਪਏ ਆ, ਬਾਹਰ ਇਹਦਾ ਰੇਟ 140 ਦੇ ਕਰੀਬ ਹੈਗਾ, 130-40 ਦੇ ਕਰੀਬ। ਇੱਕ ਐਮਲੋਂਗ 5 mg ਆਉਂਦੀ ਆ, ਉਹਦਾ ਸਿਰਫ ਸਾਡੇ ਕੋਲ 4 ਰੁਪਏ ਰੇਟ ਹੈ, ਬਾਹਰ ਉਹ 45 ਤੱਕ ਦਾ ਪੱਤਾ ਹੈਗਾ, ਠੀਕ ਹੈ ਜੀ। ਉਹ ਮਤਲਬ 15 ਦੀ ਪੈਕਿੰਗ ਹੁੰਦੀ, ਸਾਡੇ ਕੋਲ 10 ਦੀ ਪੈਕਿੰਗ, ਫਿਰ ਵੀ 50% ਤੋਂ ਉੱਪਰ ਡਿਸਕਾਊਂਟ ਦਿੱਤਾ ਹੋਇਆ ਸਰਕਾਰ ਨੇ। ਇਸ ਤਰ੍ਹਾਂ ਹੀ ਸ਼ੂਗਰ ਵਾਲੀ ਮੈਡੀਸਿਨ ਆ, ਇੱਕ 500 ਗਲਾਈਮਪ੍ਰਾਈਡ 1 mg ਪਲੱਸ ਮੈਟਫੋਰਮਿਨ ਗਲਿਮਪ੍ਰਾਈਡ GP1 ਜਿਹਨੂੰ ਕਹਿੰਦੇ ਆ, ਉਹਦਾ ਰੇਟ ਬਾਹਰ ਮਤਲਬ ਸਾਡੇ ਕੋਲ 15 ਰੁਪਈਜ਼ ਹੈ, ਬਾਹਰ ਇਹਦਾ ਰੇਟ 50-70 ਦੇ ਕਰੀਬ ਹੈਗਾ, ਐਗਜ਼ੈਕਟ ਨਹੀਂ ਮੈਨੂੰ ਪਤਾ, ਪਰ ਬਹੁਤ ਜ਼ਿਆਦਾ ਡਿਸਕਾਊਂਟ ਹੁੰਦਾ, 50% ਤੋਂ ਉੱਪਰ ਡਿਸਕਾਊਂਟ ਹੈ। ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਆਮ ਬੰਦੇ ਦੀ ਲੁੱਟ ਕਿੰਨੀ ਹੋ ਰਹੀ ਹੈ। ਹਾਂਜੀ, ਇੱਕ ਫੈਨੀਟੋਇਨ ਹੈ ਜੀ, ਐਪਟੋਇਨ ਨਾਮ ਤੇ ਆਉਂਦੀ ਹੈ,
100 mg ਠੀਕ ਹੈ। ਬ੍ਰੇਨ ਵਾਲਿਆਂ ਦੇ, ਸੀਜ਼ਰ ਵਾਲਿਆਂ ਦੇ, ਐਪੀਲੈਪਸੀ ਵਾਲਿਆਂ ਨੂੰ ਦਿੰਦੇ ਆ ਇਹ, ਠੀਕ ਹੈ। ਇਹ ਬਹੁਤ ਕਾਮਨ ਮੈਡੀਸਿਨ ਹੈ, ਇੰਨੀ ਜ਼ਿਆਦਾ ਚੱਲਦੀ ਹੈ। ਸਾਡੇ ਕੋਲ 45 MRP ਹੈ, ਠੀਕ ਹੈ। ਇਹ 45 ਦੀ ਸੇਲ ਹੈ ਤੇ ਬਾਹਰ ਰੇਟ ਇਹਦਾ 75 ਕਿੰਨਾ ਸੀਗਾ, 125 ਦੇ ਕਰੀਬ ਹੈ, ਠੀਕ ਹੈ ਜੀ। ਇੰਨਾ ਜ਼ਿਆਦਾ ਫਰਕ ਹੈ। ਥਾਇਰੋਕਸਿਨ ਹੈ, ਥਾਇਰੋਕਸਿਨ ਮੈਡੀਸਿਨ ਹੈ ਥਾਇਰੋਇਡ ਦੀ, ਐਲਟਰੋਕਸਿਨ ਨਾਮ ਤੇ ਆਂਦੀ ਹੈ 50 mg ਜਾਂ 100 mg। ਸਾਡੇ ਕੋਲ ਇਹਦਾ ਰੇਟ 59 ਹੈ, ਬਾਹਰ 100 ਤੋਂ ਉੱਪਰ ਹੈ, 130 ਦੇ ਕਰੀਬ। ਮਤਲਬ ਇੰਨਾ ਜ਼ਿਆਦਾ ਮਾਰਜਿਨ ਹੈਗਾ ਔਰ ਪੇਸ਼ੈਂਟਸ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ, ਜਦ ਕਿ ਉਹਨਾਂ ਨੂੰ ਆਪ ਕਹਿਣਾ ਚਾਹੀਦਾ ਸਾਨੂੰ ਜੈਨਰਿਕ ਦਵਾਈ ਦਿਓ। ਔਰ ਖਾਸ ਕਰਕੇ ਮੈਂ ਜੈਨਰਿਕ ਮਤਲਬ ਜਨ ਔਸ਼ਧੀ ਵੱਲ ਪ੍ਰਭਾਵਿਤ ਹੋਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਕੋਈ ਲੁੱਟ ਖਸੁੱਟ ਨਹੀਂ ਹੈ। ਇਹ ਸਰਕਾਰ, ਸੈਂਟਰ ਸਰਕਾਰ ਦੀ ਸਪਲਾਈ ਹੈ ਔਰ ਇਹ ਹੀ ਆਰਮੀ ਵਿੱਚ ਜਾਂਦੀ ਹੈ, ਠੀਕ ਹੈ ਜੀ। ਇਹਦੇ ਵਿੱਚ ਕੋਈ ਉਹ ਮਤਲਬ ਕਿਸੇ ਵੀ ਚੀਜ਼ ਦਾ ਡਾਊਟ ਨਹੀਂ ਹੈ, ਪ੍ਰੂਵਨ ਹੈ। ਹਾਂਜੀ ਪ੍ਰੂਵਨ ਹੈ, ਗਵਰਨਮੈਂਟ ਅਪਰੂਵਡ ਹੈ, ਠੀਕ ਹੈ। ਤੇ ਬਾਕੀ ਆ ਸ਼ੂਗਰ ਦੇ ਹੁਣ ਆਏ ਆ ਜੋ ਸ਼ੂਗਰ ਫ੍ਰੀ ਲੈਂਦੇ ਨੇ, ਬਾਹਰੋਂ ਕਿੰਨੀ ਮਹਿੰਗੀ ਮਿਲਦੀ ਹੈ, ਸਾਡੇ ਕੋਲ 140 ਰੁਪਏ ਦਾ ਪੈਕ ਹੈ, ਠੀਕ ਹੈ ਜੀ। ਔਰ ਇੰਜੈਕਸ਼ਨ ਆਉਂਦੇ ਇਨਸੂਲਿਨ, ਸਾਡੇ ਕੋਲ ਗਲਾਰਜਨ ਜਿਹੜਾ ਲੈਂਟਸ ਕਹਿੰਦੇ ਆ, ਬਾਹਰੋਂ 500 ਤੋਂ ਉੱਪਰ ਰੇਟ ਆ, ਸਾਡੇ ਕੋਲ 282 ਦਾ ਹੈ, ਠੀਕ ਹੈ ਜੀ। ਥਾਇਰੋਕਸ ਇਨਸੂਲਿਨ 3070 ਹੈ, ਠੀਕ ਹੈ ਜੀ। ਉਹ ਸਾਡੇ ਕੋਲ ਸਿਰਫ 71 ਦਾ ਹੈ। ਤੁਹਾਡਾ ਪੁਆਇੰਟ ਇਹ ਹੈ ਕਿ ਸਰਕਾਰ ਲੋਕਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਅਵੇਅਰ ਨਹੀਂ ਹੈਗੇ, ਲੋਕ ਇਹ ਫਾਇਦਾ ਆਪ ਹੀ ਨਹੀਂ। ਲੋਕ ਜੀ ਜਿਹੜੇ ਲੋਕ ਐਜੂਕੇਟਡ ਹੈ ਉਹ ਔਰ ਮਿਡਲ ਕਲਾਸ ਤੋਂ ਉੱਪਰ ਵਾਲੀ ਫੈਮਲੀਜ਼ ਆ, ਉਹ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਆ, ਬਟ ਜਿਹੜੀ ਲੋਅਰ ਕਲਾਸ ਹੈ ਉਹ ਜਲਦੀ ਵਿਸ਼ਵਾਸ ਨਹੀਂ ਕਰਦੀ। ਇਹਨਾਂ ਨੂੰ ਅਸਲ ਦੇ ਵਿੱਚ ਜਿਹਨਾਂ ਨੂੰ ਫਾਇਦਾ ਲੈਣਾ ਚਾਹੀਦਾ ਉਹ ਨਹੀਂ ਲੈਂਦੇ, ਔਰ ਜਿਹੜੇ ਹਾਇਰ ਹੈਗੇ ਨੇ ਉਹ ਲੈਂਦੇ ਆ ਫਾਇਦਾ। ਉਹ ਸਾਡੇ ਕੋਲ ਡੱਬੇ ਦੇ ਡੱਬੇ ਵੀ ਲੈ ਜਾਂਦੇ ਆ, ਕਿਉਂਕਿ ਮੈਡੀਸਿਨ ਖਤਮ ਨਾ ਹੋ ਜੇ। ਮਤਲਬ ਬਹੁਤ ਸਾਰੀ ਮੈਡੀਸਿਨ ਹੈ ਜਿਹੜੀ ਉਹ ਲੈ ਕੇ ਜਾਂਦੇ ਆ, ਜਿਹੜੇ ਗਰੀਬ ਲੋਕ ਨੇ ਉਹ ਵਾਪਸ ਕਰ ਜਾਂਦੇ ਆ ਔਰ ਸਾਡੇ ਨਾਲ ਬਹਿਸ ਕੇ ਜਾਂਦੇ ਆ, ਕਹਿੰਦੇ ਜੀ ਇਹ ਨਕਲੀ ਆ ਦਵਾਈ, ਤੁਹਾਡੀ ਅਸਲੀ ਨਹੀਂ ਹੈਗੀ। ਪਰ ਹੁਣ ਤਾਂ ਲੋਕਾਂ ਦੀ ਇਹ ਮਾਨਸਿਕਤਾ ਬਣ ਚੁੱਕੀ ਹੈ ਕਿ ਹਰ ਸ਼ਹਿਰ ਦੀ ਹਰ ਗਲੀ ਦੇ ਵਿੱਚ ਮੋਦੀਖਾਨਾ ਹੋਵੇ ਤੇ ਸਿਰਫ ਮੋਦੀਖਾਨੇ ਤੋਂ ਦਵਾਈਆਂ ਲਈਆਂ ਜਾਣ, ਬਾਕੀ ਸਾਰੇ ਸਿਰਫ ਲੁੱਟ ਦਾ ਜਿਹੜਾ ਇੱਕ ਜ਼ਰੀਆ। ਬਿਲਕੁਲ ਜੀ, ਮੈਂ ਇੱਕ ਪੁਆਇੰਟ ਜ਼ਰੂਰ ਦੱਸੂਗੀ ਕਿ ਇਹ ਜਿਹੜੇ ਸਟੋਰ ਨੇ ਇਸ ਪੰਜਾਬ ਸਰਕਾਰ ਵੱਲੋਂ ਰੂਰਲ ਏਰੀਏ 'ਚ ਮਤਲਬ ਅਲਾਉਡ ਨਹੀਂ ਕੀਤੇ ਹੋਏ, ਬਲਕਿ ਰੂਰਲ ਏਰੀਏ ਪਿੰਡਾਂ ਵਾਲਿਆਂ ਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ ਇਹਨਾਂ ਚੀਜ਼ਾਂ ਦੀ। ਹਾਂਜੀ, ਜਨ ਔਸ਼ਧੀ ਦੀ। ਨਸ਼ੇ ਦੇ ਕਰਕੇ ਉਹਨਾਂ ਨੇ ਕੁਝ ਬੈਨ ਕੀਤੇ ਹੋਏ ਨੇ, ਪਰ ਦੇਖੋ ਤੁਸੀਂ ਲੋਕਡਾਊਨ 'ਚ ਪਿੰਡਾਂ ਵਾਲੇ ਸ਼ਹਿਰ ਵਿੱਚ ਆ ਨਹੀਂ ਪਾਉਂਦੇ ਸੀਗੇ, ਠੀਕ ਹੈ ਜੀ। ਔਰ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਮੈਡੀਸਿਨ ਦੀ, ਇਸ ਕਰਕੇ ਉਹ ਬਹੁਤ ਘਾਟੇ 'ਚ ਉਹਨਾਂ ਨੂੰ ਦੂਜੇ ਮੈਡੀਕਲ ਸਟੋਰਾਂ ਤੋਂ ਹੀ ਲੈਣੀ ਪੈਂਦੀ ਸੀ ਮੈਡੀਸਿਨ। ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਪਿੰਡਾਂ ਵਿੱਚ ਵੀ ਖੋਲ੍ਹੇ ਜਾਣ, ਜਗ੍ਹਾ ਖੋਲ੍ਹੇ ਜਾਣ, ਤਾਂ ਕਿ ਲੋਕਾਂ ਨੂੰ ਈਜ਼ਲੀ ਮੈਡੀਸਿਨ ਮਿਲ ਜੇ ਇਹ ਵਾਲੀ। ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਸਫਾਈ ਦੇਣੀ ਇਸ ਵੇਲੇ ਬਹੁਤ ਜ਼ਰੂਰੀ ਹੈ ਲੋਕਾਂ ਨੂੰ। ਲੋਕਾਂ ਦੀ ਮਾਨਸਿਕਤਾ ਹੁਣ ਬਣ ਚੁੱਕੀ ਹੈ, ਜੋ ਦੇਖ ਕੇ ਜੋ ਮੋਦੀਖਾਨੇ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ, ਜਾਂ ਜੋ ਮੋਦੀਖਾਨੇ ਦੇ ਵਿੱਚ ਖੁਲਾਸੇ ਹੋਏ ਨੇ ਦਵਾਈਆਂ ਦੀ MRP ਜਾਂ ਮਾਰਜਨ ਨੂੰ ਲੈ ਕੇ। ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੈਨਰਿਕ ਦਵਾਈਆਂ ਜਿਹੜੀਆਂ ਉਹ ਸਾਲਟ ਹੁੰਦਾ ਤੇ ਤੁਸੀਂ ਸਾਲਟ ਤੇ ਜਾਓ, ਨਾ ਕਿ ਬ੍ਰਾਂਡ ਤੇ ਜਾਓ। ਅਗਰ ਤੁਸੀਂ ਫਾਇਦਾ ਉਠਾਉਣਾ ਚਾਹੁੰਦੇ ਹੋ, ਘੱਟ ਪੈਸਿਆਂ ਵਿੱਚ ਆਪਣਾ ਇਲਾਜ ਕਰਨਾ ਚਾਹੁੰਦੇ ਹੋ, ਤਾਂ ਸਾਲਟ ਦੇਖੋ ਮੈਡੀਸਿਨ ਦਾ, ਔਰ ਸਾਲਟ ਦੇਖ ਕੇ ਹੀ ਮੈਡੀਸਿਨ ਲਓ। ਸਾਰੀ ਮੈਡੀਸਿਨ ਦਾ ਰਿਜ਼ਲਟ ਇੱਕੋ ਹੀ ਹੁੰਦਾ, ਚਾਹੇ ਉਹ ਬ੍ਰਾਂਡ ਦੀ ਹੋਵੇ, ਚਾਹੇ ਜਨ ਔਸ਼ਧੀ ਦੀ ਹੋਵੇ ਜਾਂ ਜੈਨਰਿਕ ਕੰਪਨੀ ਦੀ ਹੋਵੇ, ਠੀਕ ਹੈ ਜੀ। ਜਿਹੜਾ ਤੁਹਾਡੇ ਤੋਂ ਮਹਿੰਗੀ ਦਵਾਈ ਲੈ ਰਿਹਾ ਤੁਸੀਂ ਉਹਦੀ ਕੰਪਲੇਂਟ ਕਰੋ, ਪਰ ਜਿਹੜੇ ਜਾਇਜ਼ ਨੇ, ਜਿਹੜੇ ਬਿਲਕੁਲ ਡਿਸਕਾਊਂਟ ਕਰਕੇ, ਚਲੋ ਕੁਛ ਮਾਰਜਿਨ ਰੱਖਣਾ ਉਹਨਾਂ ਨੇ, ਤਾਂ ਡਿਸਕਾਊਂਟ ਕਰਕੇ ਤੁਹਾਨੂੰ ਮੈਡੀਸਿਨ ਦੇ ਰਹੇ ਆ, ਤੁਸੀਂ ਉਹਨਾਂ ਨਾਲ ਬਹਿਸ ਨਾ ਕਰੋ, ਠੀਕ ਹੈ ਜੀ। ਤੇ ਬਾਕੀ ਡਾਕਟਰਸ ਵੀ ਸਾਰੇ ਗਲਤ ਨਹੀਂ ਹੈ, ਫਾਰਮਾਸਿਸਟ ਵੀ ਸਾਰੇ ਗਲਤ ਨਹੀਂ, ਸਾਰਿਆਂ ਨੂੰ ਗਲਤ ਨਾ ਕਹੋ। ਇਹ ਕਿਵੇਂ ਪਤਾ ਲੱਗੇਗਾ ਬਹਿਸ ਕਿਹਦੇ ਨਾਲ ਕਰਨੀ, ਕਿਹਦੇ ਨਾਲ ਨਹੀਂ ਕਰਨੀ? ਡਿਸਕਾਊਂਟ ਨਹੀਂ ਦਿੰਦਾ ਜੀ, ਹਾਂ ਇਹ ਤਾਂ ਪਹਿਚਾਣ ਹੁਣ ਪੇਸ਼ੈਂਟ ਲਈ ਪੋਸੀਬਲ ਨਹੀਂ ਹੈ ਕਿ ਐਥੀਕਲ ਆ ਜਾਂ ਜੈਨਰਿਕ ਆ। ਉਹ ਫਿਰ ਜੈਨਰਿਕ ਦਾ ਇੱਕੋ ਹੀ ਹੱਲ ਹੈ ਕਿ ਜੈਨਰਿਕ ਸਾਡੇ ਕੋਲ ਦਵਾਈਆਂ ਹੈਗੀਆਂ ਨੇ, ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਸਾਡੇ ਕੋਲ ਇਹਦਾ ਵਿਸ਼ਵਾਸ ਹੈਗਾ, ਅਪਰੂਵਡ ਹੈਗੀ ਆ ਸਾਡੀ ਮੈਡੀਸਿਨ, ਠੀਕ ਹੈ, ਸੈਂਟਰ ਗਵਰਨਮੈਂਟ ਵੱਲੋਂ ਭੇਜੀ ਹੋਈ ਆ, ਤੇ ਤੁਸੀਂ ਜੈਨਰਿਕ ਦਵਾਈਆਂ ਜਨ ਔਸ਼ਧੀ ਤੋਂ ਖਰੀਦੋ, ਠੀਕ ਹੈ ਜੀ। ਜੇ ਤੁਸੀਂ ਐਥੀਕਲ 'ਚ ਹੀ ਜਾਣਾ ਫਿਰ ਤਾਂ ਜਿੱਥੇ ਮਰਜ਼ੀ ਖਰੀਦ ਸਕਦੇ ਹੋ। ਫਿਰ ਤੁਸੀਂ ਸਿੱਧੇ ਤੌਰ ਤੇ ਇਹ ਕਹਿਣਾ ਚਾਹੁੰਦੇ ਹੋ ਕਿ ਬਾਕੀ ਦੇ ਮੈਡੀਕਲ ਸਟੋਰ ਜਾਂ ਫਾਰਮਾਸਿਸਟ ਜਾਂ ਮੋਦੀਖਾਨਾ ਉੱਥੇ ਨਹੀਂ ਜਾਣਾ, ਇੱਥੇ ਆ ਕੇ ਜੈਨਰਿਕ ਦਵਾਈਆਂ। ਹਾਂਜੀ ਜ਼ਰੂਰ, ਅਸੀਂ ਇਹੀ ਕਵਾਂਗੇ, ਜੇ ਤੁਸੀਂ ਲੁੱਟਣਾ ਨਹੀਂ, ਆਪਣੇ ਆਪ ਨੂੰ ਲੁਟਾਉਣਾ ਨਹੀਂ ਹੈ, ਤਾਂ ਜਨ ਔਸ਼ਧੀ ਦਾ ਫਾਇਦਾ ਉਠਾਓ। ਇਹਦੇ ਰੇਟ ਹੋਰ ਵੀ ਘੱਟ ਹੈਗੇ ਆ, ਠੀਕ ਹੈ ਜੀ। ਸਰਕਾਰ ਨੇ ਸਕੀਮ ਤੁਹਾਡੇ ਫਾਇਦੇ ਲਈ ਚਲਾਈ ਹੈ, ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਉਹਦੇ ਵੱਲ ਜਾਓ, ਠੀਕ ਹੈ। ਉਸ ਮੈਡੀਸਿਨ ਨੂੰ ਯੂਜ਼ ਕਰੋ, ਰਿਜ਼ਲਟ ਦੇਖੋ, ਔਰ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਵੀ ਇਸ ਮੈਡੀਸਿਨ ਵਿੱਚ ਕੋਈ ਕਮੀ ਨਹੀਂ ਹੈਗੀ, ਉਸ ਤੋਂ ਵੱਧ ਹੀ ਵਧੀਆ ਹੀ ਰਿਜ਼ਲਟ ਹੋਣਗੇ ਇਹਦੇ। ਬਹੁਤ ਧੰਨਵਾਦ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਇੱਕ ਵਾਰ ਫਿਰ ਤੋਂ। ਇਹ ਉਹ ਦਵਾਈਆਂ ਨੇ ਜਿਹੜੀ ਸਰਕਾਰ ਵੱਲੋਂ ਅਪਰੂਵ ਕੀਤੀਆਂ ਹੋਈਆਂ ਨੇ, ਤੇ ਇਹਨਾਂ ਦੀ ਜਿਹੜੀ ਕੀਮਤ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ 50% ਜਾਂ ਉਸ ਤੋਂ ਵੀ
ਘੱਟ ਦੀ ਕੀਮਤ ਤੇ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ, ਪਰ ਇਸ ਬਾਰੇ ਅਵੇਅਰਨੈਸ ਬਹੁਤ ਘੱਟ ਲੋਕਾਂ ਨੂੰ ਹੈ। ਹਾਲਾਂਕਿ ਦਵਾਈਆਂ ਨੂੰ ਲੈ ਕੇ, ਦਵਾਈਆਂ ਦੀ ਕੀਮਤਾਂ ਨੂੰ ਲੈ ਕੇ ਇੱਕ ਆਵਾਜ਼ ਜਿਹੜੀ ਹੈ ਪਿਛਲੇ ਕੁਝ ਦਿਨਾਂ ਤੋਂ ਚੁੱਕੀ ਜਾ ਰਹੀ ਹੈ ਤੇ ਉਸ ਆਵਾਜ਼ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਨੇ, ਆਮ ਲੋਕ, ਬਹੁਤ ਸਾਰੀਆਂ NGOs। ਪਰ ਇਹਨਾਂ ਦਾ ਇਹ ਕਹਿਣਾ ਹੈ ਕਿ ਹਰ ਡਾਕਟਰ ਨੂੰ, ਹਰ ਫਾਰਮਾਸਿਸਟ ਨੂੰ ਇੱਕੋ ਤਕੜੀ ਵਿੱਚ ਤੋਲਣਾ ਗਲਤ ਹੈ। ਜੇਕਰ ਤੁਸੀਂ ਸੱਚਮੁੱਚ ਇਸ ਤਰ੍ਹਾਂ ਲੁੱਟ ਦਾ ਸ਼ਿਕਾਰ ਹੋ ਰਹੇ ਹੋ ਤੇ ਤੁਸੀਂ ਅਵੇਅਰ ਨਹੀਂ ਹੋ ਕਿ ਸਰਕਾਰ ਵੱਲੋਂ ਜਿਹੜੀ ਇਹ ਯੋਜਨਾ ਦਿੱਤੀ ਜਾ ਰਹੀ ਹੈ ਆਮ ਲੋਕਾਂ ਦੀ ਭਲਾਈ ਦੇ ਲਈ, ਆਮ ਲੋਕਾਂ ਨੂੰ ਇੱਕ ਸੇਵਾ ਦੇ ਤੌਰ ਤੇ ਯੋਜਨਾ ਜਿਹੜੀ ਬਣਾਈ ਗਈ ਹੈ, ਜੇ ਲੋਕ ਅਵੇਅਰ ਨਹੀਂ ਹਨ ਤਾਂ ਉਹਨਾਂ ਨੂੰ ਅੱਜ ਅਵੇਅਰ ਕਰਨ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਆਰਥਿਕ ਲੁੱਟ ਹੋਣੀ ਜਲਦ ਤੋਂ ਜਲਦ ਬੰਦ ਹੋਵੇਗੀ ਤੇ ਲੋਕ ਜਲਦ ਤੋਂ ਜਲਦ ਅਵੇਅਰ ਹੋਣਗੇ। ਜੈਨਰਿਕ ਤੇ ਐਥੀਕਲ ਨੂੰ ਲੈ ਕੇ ਜਿਹੜੀ ਆਵਾਜ਼ ਚੁੱਕੀ ਗਈ ਹੈ ਉਸ ਬਾਰੇ ਪੂਰਨ ਜਾਣਕਾਰੀ ਇਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸਿਰਫ ਐਡਵਰਟਾਈਜ਼ਮੈਂਟ ਦੇ ਬੇਸਿਸ ਤੇ ਲੋਕ ਜਿਹੜੇ ਨੇ ਦਵਾਈਆਂ ਖਰੀਦਦੇ ਨੇ, ਮਾਨਸਿਕਤਾ ਜਿਹੜੀ ਹੈ ਬਣ ਜਾਂਦੀ ਹੈ। ਪਰ ਅੱਜ ਇੱਕ ਸੱਚ ਤੇ ਇੱਕ ਪੱਖ ਦਿਖਾਉਣ ਦੀ ਕੋਸ਼ਿਸ਼ ਇਹਨਾਂ ਵੱਲੋਂ ਵੀ ਕੀਤੀ ਗਈ ਹੈ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।